ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ। ਮੇਰਾ ਨਾਮ ਮੋਹਨ ਹੈ ਅਤੇ ਮੈਂ ਹਰਿਆਣੇ ਦਾ ਰਹਿਣ ਵਾਲਾ ਹਾਂ। ਇਹ ਕਹਾਣੀ ਮੇਰੀ ਅਤੇ ਮੇਰੀ ਭਾਬੀ ਦੀ ਹੈ। ਮੇਰੇ ਪਰਿਵਾਰ ਵਿੱਚ ਮੈਂ, ਮੇਰੀ ਮੰਮੀ, ਮੇਰੇ ਪਾਪਾ ਅਤੇ ਮੇਰੀ ਛੋਟੀ ਭੈਣ ਅਤੇ ਮੇਰਾ ਭਰਾ ਅਤੇ ਮੇਰੇ ਭਾਬੀ ਹਨ। ਮੇਰਾ ਭਰਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਮੇਰੀ ਭਾਬੀ ਪੂਰਾ ਦਿਨ ਘਰ ਵਿੱਚ ਹੀ ਰਹਿੰਦੀ ਹੈ। ਭਰਾ ਅਤੇ ਭਾਬੀ ਦੀ ਲਵ ਮੈਰਿਜ ਹੋਈ ਸੀ ਅਤੇ ਉਹ ਦੋਨੋਂ ਬਹੁਤ ਹੀ ਖੁੱਲੇ ਵਿਚਾਰਾਂ ਵਾਲੇ ਸਨ। ਇਸ ਲਈ ਸਾਡੇ ਘਰ ਦਾ ਮਾਹੌਲ ਵੀ ਬਹੁਤ ਖੁੱਲਾ ਹੈ। ਮੇਰੀ ਭਾਬੀ ਆਪਣੇ ਸਰੀਰ ਨੂੰ ਬਹੁਤ ਸੰਭਾਲ ਕੇ ਰੱਖਦੀ ਹੈ। ਮੈਂ ਘਰ ਵਿੱਚ ਸਭ ਤੋਂ ਛੋਟਾ ਹਾਂ, ਇਸ ਲਈ ਮੇਰੇ ਮੰਮੀ ਪਾਪਾ ਅਤੇ ਭਰਾ ਭਾਬੀ ਮੈਨੂੰ ਬਹੁਤ ਪਿਆਰ ਕਰਦੇ ਹਨ। ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੈਂ ਕਾਲਜ ਵਿੱਚ ਸੀ। ਮੇਰੇ ਪੇਪਰ ਖਤਮ ਹੋ ਗਏ ਸੀ ਅਤੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸੀ। ਉਸ ਸਮੇਂ ਮੇਰੀ ਭੈਣ ਦੀਆਂ ਵੀ ਛੁੱਟੀਆਂ ਚੱਲ ਰਹੀਆਂ ਸੀ, ਪਰ ਮੈਂ ਕਦੇ ਵੀ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਗਿਆ ਸੀ। ਇਸ ਲਈ ਮੈਂ ਘਰ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। ਜਦੋਂ ਕਿ ਮੇਰੀ ਭੈਣ ਨਾਨੀ ਦੇ ਘਰ ਜਾਣ ਦੀ ਜਿੱਦ ਕਰਨ ਲੱਗੀ ਸੀ, ਇਸ ਲਈ ਪਾਪਾ ਉਸ ਨੂੰ ਨਾਨੀ ਦੇ ਘਰ ਛੱਡ ਆਏ। ਮੈਨੂੰ ਘਰ ਵਿੱਚ ਰਹਿਣ ਦੀ ਕੋਈ ਪਰੇਸ਼ਾਨੀ ਨਹੀਂ ਸੀ, ਕਿਉਂਕਿ ਮੈਂ ਘਰ ਵਿੱਚ ਲੈਪਟਾਪ ਅਤੇ ਗੇਮ ਖੇਡਦਾ ਅਤੇ ਫੋਨ 'ਤੇ ਆਪਣਾ ਟਾਈਮ ਪਾਸ ਕਰਦਾ ਰਹਿੰਦਾ ਸੀ। ਇੱਕ ਦਿਨ ਮੈਂ ਲੈਪਟਾਪ 'ਤੇ ਗੇਮ ਖੇਡ ਰਿਹਾ ਸੀ ਅਤੇ ਉਸ ਦਿਨ ਘਰ ਵਿੱਚ ਕੰਮ ਕਰਨ ਵਾਲੀ ਆਂਟੀ ਛੁੱਟੀ 'ਤੇ ਗਏ ਹੋਏ ਸੀ, ਇਸ ਲਈ ਭਾਬੀ ਹੀ ਸਾਰੇ ਕੰਮ ਕਰ ਰਹੀ ਸੀ। ਭਰਾ ਸਵੇਰੇ ਆਫਿਸ ਚਲੇ ਗਏ ਸੀ ਅਤੇ ਭਾਬੀ ਘਰ ਦੇ ਕੰਮ ਕਰ ਰਹੀ ਸੀ। ਉਸ ਦਿਨ ਭਾਬੀ ਨੇ ਨਾਈਟ ਸੂਟ ਪਾਇਆ ਹੋਇਆ ਸੀ। ਜਿਵੇਂ ਹੀ ਉਹ ਕਮਰੇ ਵਿੱਚ ਆ ਕੇ ਝਾੜੂ ਲਾਉਣ ਲੱਗੀ, ਮੈਂ ਉਹਨਾਂ ਵੱਲ ਦੇਖਣ ਲੱਗਿਆ ਕਿਉਂਕਿ ਉਹਨਾਂ ਨੇ ਦੁਪੱਟਾ ਨਹੀਂ ਲਿਆ ਸੀ। ਅਚਾਨਕ ਭਾਬੀ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਕਿ ਉੱਠ, ਮੈਂ ਬੈੱਡ ਦੀ ਚਾਦਰ ਠੀਕ ਕਰਨੀ ਹੈ। ਮੈਂ ਉੱਠ ਕੇ ਬਾਥਰੂਮ ਵਿੱਚ ਚਲਾ ਗਿਆ। ਉਸ ਸਮੇਂ ਮੈਂ ਡਰ ਗਿਆ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੋ ਕੁਝ ਮੈਂ ਦੇਖਿਆ ਸੀ ਉਹ ਸਹੀ ਸੀ ਜਾਂ ਗਲਤ। ਮੈਂ ਬੈੱਡਰੂਮ ਵਿੱਚ ਦੁਬਾਰਾ ਆ ਕੇ ਬੈਠ ਗਿਆ, ਪਰ ਹੁਣ ਮੇਰਾ ਧਿਆਨ ਗੇਮ ਖੇਡਣ ਵਿੱਚ ਨਹੀਂ ਲੱਗ ਰਿਹਾ ਸੀ। ਬੈੱਡ ਸ਼ੀਟ ਠੀਕ ਕਰਕੇ ਭਾਬੀ ਕਿਚਨ ਵਿੱਚ ਚਲੀ ਗਈ ਸੀ। ਉਸ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਭਾਬੀ ਨੂੰ ਮੇਰੇ ਤੇ ਸ਼ੱਕ ਨਹੀਂ ਹੋਇਆ। ਫਿਰ ਮੈਂ ਲੈਪਟਾਪ ਬੰਦ ਕਰ ਦਿੱਤਾ ਤੇ ਮੋਬਾਈਲ ਦੇਖਣ ਲੱਗਿਆ। ਅਚਾਨਕ ਮੈਨੂੰ ਇੱਕ ਨੋਟੀਫਿਕੇਸ਼ਨ ਆਇਆ ਤੇ ਮੈਂ ਉਸ ਤੇ ਕਲਿੱਕ ਕੀਤਾ। ਉੱਥੇ ਮੈਨੂੰ ਕਈ ਕਹਾਣੀਆਂ ਮਿਲੀਆਂ, ਜਿਸ ਵਿੱਚ ਇੱਕ ਕਹਾਣੀ ਦਿਓਰ ਅਤੇ ਭਾਬੀ ਦੀ ਵੀ ਸੀ। ਮੈਂ ਉਹ ਕਹਾਣੀ ਪੜ੍ਹੀ ਜਿਸ ਵਿੱਚ ਦਿਓਰ ਆਪਣੀ ਭਾਬੀ ਨਾਲ ਬਹੁਤ ਆਨੰਦ ਮਾਣਦਾ ਹੈ। ਉਹ ਕਹਾਣੀ ਪੜ੍ਹ ਕੇ ਮੇਰੇ ਮਨ ਵਿੱਚ ਵੀ ਉਸ ਤਰ੍ਹਾਂ ਦੇ ਖਿਆਲ ਆਉਣ ਲੱਗੇ। ਮੈਂ ਬਾਹਰ ਆ ਕੇ ਦੇਖਿਆ ਤਾਂ ਭਾਬੀ ਕਿਚਨ ਵਿੱਚ ਖਾਣਾ ਬਣਾ ਰਹੀ ਸੀ। ਭਾਬੀ ਮੇਰੇ ਵੱਲ ਪਿੱਠ ਕਰਕੇ ਖੜੀ ਸੀ ਅਤੇ ਮੈਂ ਉਹਨਾਂ ਨੂੰ ਧਿਆਨ ਨਾਲ ਦੇਖ ਰਿਹਾ ਸੀ, ਪਰ ਉਹਨਾਂ ਦਾ ਧਿਆਨ ਖਾਣਾ ਬਣਾਉਣ ਵਿੱਚ ਸੀ। ਭਾਬੀ ਨੂੰ ਨਹੀਂ ਪਤਾ ਸੀ ਕਿ ਮੈਂ ਉਸ ਵੱਲ ਦੇਖ ਰਿਹਾ ਹਾਂ। ਅਚਾਨਕ ਭਾਬੀ ਪਿੱਛੇ ਮੁੜੇ ਅਤੇ ਮੈਨੂੰ ਦੇਖਦੇ ਹੋਏ ਬੋਲੇ, ਕੀ ਹੋਇਆ ਮੋਹਨ, ਕੀ ਦੇਖ ਰਿਹਾ ਹੈ? ਮੈਂ ਘਬਰਾ ਗਿਆ ਅਤੇ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਕਿ ਕੁਝ ਨਹੀਂ ਭਾਬੀ, ਮੈਂ ਦੇਖ ਰਿਹਾ ਹਾਂ ਕਿ ਮੇਰੀ ਪਿਆਰੀ ਭਾਬੀ ਕਿੰਨੀ ਮਿਹਨਤ ਕਰ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਹ ਸੁਣ ਕੇ ਭਾਬੀ ਨੂੰ ਬਹੁਤ ਚੰਗਾ ਲੱਗਿਆ ਅਤੇ ਕਹਿਣ ਲੱਗੀ ਕਿ ਹਾਂ ਮੋਹਨ, ਕੁਝ ਸਾਲਾਂ ਤੱਕ ਤੇਰੀ ਪਤਨੀ ਵੀ ਆ ਜਾਵੇਗੀ ਮੇਰੀ ਮਦਦ ਕਰਨ ਲਈ। ਇਹ ਕਹਿ ਕੇ ਭਾਬੀ ਹੱਸ ਪਈ। ਮੈਂ ਆਪਣੇ ਬੈੱਡਰੂਮ ਵਿੱਚ ਚਲਾ ਗਿਆ ਅਤੇ ਸੋਚਣ ਲੱਗ ਗਿਆ ਕਿ ਮੈਂ ਭਾਬੀ ਨੂੰ ਕੀ ਦੱਸਾਂ ਕਿ ਮੈਂ ਉਹਨਾਂ ਨੂੰ ਹੀ ਦੇਖ ਰਿਹਾ ਸੀ। ਫਿਰ ਮੈਂ ਸੋਚਿਆ ਕਿ ਸਿਰਫ ਇਸ ਤਰ੍ਹਾਂ ਦੇਖਣ ਨਾਲ ਕੁਝ ਨਹੀਂ ਹੋਵੇਗਾ, ਕੋਈ ਨਾ ਕੋਈ ਪਲਾਨ ਬਣਾਉਣਾ ਪਵੇਗਾ। ਇਹ ਸੋਚਦੇ ਸ਼ਾਮ ਹੋ ਗਈ ਅਤੇ ਭਰਾ ਆਫਿਸ ਤੋਂ ਘਰ ਆ ਗਏ। ਭਰਾ ਨੇ ਕਿਹਾ ਕਿ ਆਫਿਸ ਦੇ ਕੰਮ ਲਈ ਉਹਨਾਂ ਨੂੰ 10 ਦਿਨ ਬਾਹਰ ਜਾਣਾ ਪਵੇਗਾ। ਇਹ ਸੁਣ ਕੇ ਮੈਂ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋਇਆ ਅਤੇ ਮੈਂ ਵੀ ਸਹਿਮਤੀ ਵਿੱਚ ਆਪਣਾ ਸਿਰ ਹਿਲਾ ਦਿੱਤਾ ਅਤੇ ਅਗਲੇ 3 ਦਿਨਾਂ ਬਾਅਦ ਭਰਾ ਸ਼ਹਿਰ ਜਾਣ ਵਾਲੇ ਸੀ। ਮੈਂ ਸੋਚਿਆ ਕਿ ਜੋ ਵੀ ਮੈਂ ਕਰਨਾ ਹੈ ਇਹ 10 ਦਿਨਾਂ ਦੇ ਵਿੱਚ ਹੀ ਕਰਨਾ ਹੈ, ਨਹੀਂ ਤਾਂ ਫਿਰ ਮੈਨੂੰ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲੇਗਾ। ਅਗਲੇ ਦਿਨ ਮੰਗਲਵਾਰ ਸੀ। ਭਰਾ ਜਾਣ ਵਾਲੇ ਸਨ, ਉਹਨਾਂ ਲਈ ਸ਼ਾਪਿੰਗ ਕਰਨੀ ਸੀ। ਭਰਾ ਅਤੇ ਭਾਬੀ ਨੇ ਸ਼ਾਪਿੰਗ ਜਾਣ ਤੋਂ ਪਹਿਲਾਂ ਮੈਨੂੰ ਪੁੱਛਿਆ ਕਿ ਤੂੰ ਸਾਡੇ ਨਾਲ ਚੱਲੇਗਾ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਤੁਸੀਂ ਜਾਓ, ਮੈਂ ਗੇਮ ਖੇਡਦਾ ਹਾਂ। ਉਹ ਦੋਨੋਂ ਚਲੇ ਗਏ ਅਤੇ ਉਹਨਾਂ ਦੇ ਜਾਂਦੇ ਹੀ ਮੈਂ ਦਰਵਾਜ਼ਾ ਲੌਕ ਕਰ ਦਿੱਤਾ ਅਤੇ ਉਹਨਾਂ ਦੇ ਬੈੱਡਰੂਮ ਵਿੱਚ ਚਲਾ ਗਿਆ।
ਮੈਂ ਅਲਮਾਰੀ ਖੋਲ ਕੇ ਦੇਖਿਆ ਕਿ ਕੋਈ ਆਈਡੀਆ ਮੈਨੂੰ ਮਿਲ ਸਕਦਾ ਹੈ। ਉਸ ਸਮੇਂ ਮੈਨੂੰ ਭਾਬੀ ਦੀ ਲਿਪਸਟਿਕ ਅਤੇ ਬੋਡੀ ਸਪਰੇਅ ਮਿਲੇ ਅਤੇ ਉਹਨਾਂ ਦੇ ਕਈ ਕੱਪੜੇ ਮਿਲੇ। ਉਸ ਵਿੱਚ ਇੱਕ ਵਨ ਪੀਸ ਮਿਲਿਆ ਰੈੱਡ ਕਲਰ ਦਾ। ਇਹ ਦੇਖਦੇ ਹੋਏ ਮੈਂ ਸੋਚਿਆ ਕਿ ਭਾਬੀ ਇਸ ਵਿੱਚ ਕਿਸ ਤਰ੍ਹਾਂ ਦੀ ਦਿਖੇਗੀ। ਫਿਰ ਮੈਂ ਭਾਬੀ ਦੇ ਕੱਪੜੇ ਠੀਕ ਕਰ ਦਿੱਤੇ। ਹੁਣ ਮੈਂ ਸੋਚ ਲਿਆ ਕਿ ਹੁਣ ਤਾਂ ਕੁਝ ਕਰਨਾ ਹੀ ਪਵੇਗਾ। ਸਭ ਕੁਝ ਠੀਕ ਕਰਕੇ ਮੈਂ ਹਾਲ ਵਿੱਚ ਆ ਕੇ ਬੈਠ ਗਿਆ। ਕੁਝ ਸਮੇਂ ਬਾਅਦ ਭਰਾ ਅਤੇ ਭਾਬੀ ਵਾਪਸ ਆ ਗਏ ਅਤੇ ਅਗਲੇ ਦਿਨ ਭਰਾ ਬਾਹਰ ਜਾਣ ਵਾਲੇ ਸੀ। ਮੰਮੀ ਨੇ ਸਵੇਰੇ ਉੱਠ ਕੇ ਖਾਣਾ ਤਿਆਰ ਕਰ ਦਿੱਤਾ। ਭਾਬੀ ਭਰਾ ਨੂੰ ਨਾਸ਼ਤਾ ਦੇ ਕੇ ਘਰ ਦੇ ਬਾਕੀ ਕੰਮ ਕਰਨ ਲੱਗੇ। ਸਵੇਰ ਦੇ 8 ਵਜੇ ਭਰਾ ਘਰੋਂ ਚਲੇ ਗਏ ਅਤੇ ਭਾਬੀ ਵੀ ਘਰ ਦੇ ਕੰਮਾਂ ਵਿੱਚ ਲੱਗ ਗਈ। ਭਰਾ ਦਾ ਬਾਹਰ ਕੰਪਨੀ ਦੇ ਲਈ ਕੰਮ ਤੇ ਜਾਣਾ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸੀ। ਭਾਬੀ ਭਰਾ ਦੀ ਤਿਆਰੀ ਵਿੱਚ ਅੱਜ ਨਹਾਉਣ ਨਹੀਂ ਗਈ ਸੀ। ਭਰਾ ਦੇ ਜਾਣ ਤੋਂ ਬਾਅਦ ਭਾਬੀ ਨਹਾਉਣ ਲਈ ਚਲੀ ਗਈ। ਮੈਂ ਹਾਲ ਵਿੱਚ ਟੀਵੀ ਦੇਖ ਰਿਹਾ ਸੀ। ਅਚਾਨਕ ਭਾਬੀ ਦੀ ਆਵਾਜ਼ ਆਈ ਕਿ ਮੋਹਨ ਤੌਲੀਆ ਦੇ ਦਿਓ, ਮੈਂ ਬਾਹਰ ਹੀ ਭੁੱਲ ਗਈ ਹਾਂ। ਮੈਂ ਤੌਲੀਆ ਲੈ ਕੇ ਗਿਆ। ਭਾਬੀ ਨੇ ਦਰਵਾਜ਼ਾ ਥੋੜਾ ਜਿਹਾ ਖੋਲ੍ਹਿਆ ਅਤੇ ਤੌਲੀਆ ਲੈਣ ਲਈ ਆਪਣਾ ਹੱਥ ਅੱਗੇ ਵਧਾਇਆ। ਮੈਂ ਦੇਖਿਆ ਕਿ ਭਾਬੀ ਦੇ ਵਾਲ ਪੂਰੀ ਤਰ੍ਹਾਂ ਭਿੱਜੇ ਹੋਏ ਸੀ। ਉਹਨਾਂ ਦੇ ਚਿਹਰੇ ਅਤੇ ਅੱਖਾਂ ਤੇ ਪਾਣੀ ਦੀਆਂ ਬੂੰਦਾਂ ਸਨ। ਜਦੋਂ ਭਾਬੀ ਨੇ ਹੱਥ ਅੱਗੇ ਕੀਤਾ, ਵੈਸੇ ਵੀ ਅੱਜ ਘਰ ਵਿੱਚ ਕੋਈ ਨਹੀਂ ਸੀ, ਪਰ ਮੈਂ ਆਪਣੇ ਆਪ ਤੇ ਕਾਬੂ ਕੀਤਾ ਅਤੇ ਹਾਲ ਵਿੱਚ ਆ ਕੇ ਬੈਠ ਗਿਆ। ਫਿਰ 5 ਮਿੰਟਾਂ ਬਾਅਦ ਭਾਬੀ ਤੌਲੀਆ ਸਿਰ ਤੇ ਲਪੇਟ ਕੇ ਬਾਹਰ ਆਈ ਅਤੇ ਹਾਲ ਵਿੱਚ ਟੀਵੀ ਦੇ ਸਾਹਮਣੇ ਖੜੀ ਹੋ ਕੇ ਡਰਾਇਰ ਨਾਲ ਆਪਣੇ ਵਾਲ ਸੁਕਾਉਣ ਲੱਗੀ। ਮੈਂ ਹੋਰ ਵੀ ਜ਼ਿਆਦਾ ਬੇਚੈਨ ਹੋ ਗਿਆ। ਮੈਂ ਭਾਬੀ ਨੂੰ ਕਿਹਾ ਕਿ ਭਾਬੀ ਤੁਸੀਂ ਸਾੜੀ ਹੀ ਪਾਉਂਦੇ ਹੋ, ਘਰ ਵਿੱਚ ਤੁਹਾਨੂੰ ਹੋਰ ਵੀ ਕੁਝ ਪਾਉਣਾ ਚਾਹੀਦਾ ਹੈ। ਭਾਬੀ ਕਹਿਣ ਲੱਗੇ ਕਿ ਕੁਝ ਦਿਨ ਪਹਿਲਾਂ ਤਾਂ ਮੈਂ ਜੀਨ ਅਤੇ ਟੌਪ ਪਾਇਆ ਸੀ। ਘਰ ਵਿੱਚ ਜੀਨ ਅਤੇ ਟੌਪ ਕੌਣ ਪਾਉਂਦਾ ਹੈ, ਬਾਹਰ ਜਾਣਾ ਹੋਵੇਗਾ ਤਾਂ ਹੀ ਪਾਵਾਂਗੀ ਨਾ। ਤਾਂ ਮੈਂ ਭਾਬੀ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਨਹੀਂ ਹੈ ਭਾਬੀ, ਜਦੋਂ ਤੁਸੀਂ ਸਾੜੀ ਪਾਉਂਦੇ ਹੋ ਤਾਂ ਤੁਸੀਂ ਵੱਡੀ ਉਮਰ ਦੇ ਲੱਗਦੇ ਹੋ, ਇਸ ਲਈ ਕਿਹਾ ਸੀ। ਫਿਰ ਭਾਬੀ ਨੇ ਕਿਹਾ ਕਿ ਹੁਣ ਜ਼ਬਾਨ ਦੇਖ ਕੇ ਮੈਂ ਕੀ ਕਰਨਾ ਹੈ, ਜਿਸ ਨੂੰ ਪਿਆਰ ਕੀਤਾ ਉਸ ਨਾਲ ਵਿਆਹ ਹੋ ਗਿਆ, ਹੁਣ ਮੈਨੂੰ ਹੋਰ ਕੀ ਕਰਨਾ ਚਾਹੀਦਾ ਹੈ। ਇਹ ਕਹਿੰਦੇ ਹੋਏ ਭਾਬੀ ਮੁਸਕਰਾਉਣ ਲੱਗੀ ਅਤੇ ਕਮਰੇ ਵਿੱਚ ਚਲੀ। ਥੋੜੇ ਸਮੇਂ ਬਾਅਦ ਜਦੋਂ ਭਾਬੀ ਕੱਪੜੇ ਬਦਲ ਕੇ ਆਈ ਤਾਂ ਮੈਨੂੰ ਖੁਸ਼ੀ ਵੀ ਹੋਈ ਅਤੇ ਨਾਰਾਜ਼ਗੀ ਵੀ, ਕਿਉਂਕਿ ਉਹਨਾਂ ਨੇ ਮੇਰੀ ਗੱਲ ਮੰਨ ਲਈ ਸੀ। ਭਾਬੀ ਹਾਲ ਵਿੱਚ ਆਈ ਅਤੇ ਕਹਿਣ ਲੱਗੀ ਕਿ ਹੁਣ ਮੈਂ ਕਿਸ ਤਰ੍ਹਾਂ ਦੀ ਲੱਗ ਰਹੀ ਹਾਂ। ਮੈਂ ਹੈਰਾਨ ਹੋ ਕੇ ਕਿਹਾ ਕਿ ਹਾਂ, ਹੁਣ ਤਾਂ ਤੁਸੀਂ ਜਵਾਨ ਲੱਗ ਰਹੇ ਹੋ। ਭਾਬੀ ਕਿਚਨ ਵਿੱਚ ਚਲੀ ਗਈ ਅਤੇ ਮੈਂ ਹਾਲ ਵਿੱਚ ਬੈਠ ਕੇ ਸੋਚਣ ਲੱਗਿਆ ਕਿ ਚਲੋ ਸ਼ੁਰੂਆਤ ਤਾਂ ਹੋ ਗਈ ਹੈ, ਪਰ ਹਜੇ ਬਹੁਤ ਕੰਮ ਬਾਕੀ ਸੀ। ਉਹ ਬਹੁਤ ਮੁਸ਼ਕਲ ਹੈ। ਭਾਬੀ ਬਹੁਤ ਸੰਸਕਾਰੀ ਹੈ ਅਤੇ ਉਹਨਾਂ ਨੇ ਕਦੇ ਵੀ ਇਹ ਜ਼ਾਹਿਰ ਨਹੀਂ ਕੀਤਾ ਕਿ ਉਹਨਾਂ ਨੂੰ ਭਰਾ ਦੀ ਕਮੀ ਮਹਿਸੂਸ ਹੋ ਰਹੀ ਹੈ। ਭਰਾ ਤੇ ਭਾਬੀ ਦੀ ਲਵ ਮੈਰਿਜ ਹੋਣ ਕਰਕੇ ਪਿਆਰ ਤਾਂ ਉਹਨਾਂ ਵਿੱਚ ਪਹਿਲਾਂ ਹੀ ਸੀ, ਪਰ ਜ਼ਰੂਰਤ ਤਾਂ ਮੈਨੂੰ ਉਹਨਾਂ ਦੀ ਸੀ। ਉਹ ਜ਼ਰੂਰਤ ਮੈਂ ਪੂਰੀ ਕਰਨੀ ਸੀ। ਫਿਰ ਥੋੜੀ ਦੇਰ ਬਾਅਦ ਮੈਂ ਕੋਸ਼ਿਸ਼ ਕੀਤੀ। ਭਾਬੀ ਕਿਚਨ ਵਿੱਚ ਕੰਮ ਕਰ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਭਾਬੀ ਤੁਸੀਂ ਰੋਜ਼-ਰੋਜ਼ ਇਹ ਕੰਮ ਕਰਦੇ ਹੋ, ਤੁਸੀਂ ਬੋਰ ਨਹੀਂ ਹੁੰਦੇ? ਤਾਂ ਭਾਬੀ ਨੇ ਕਿਹਾ ਕਿ ਨਹੀਂ, ਜਦੋਂ ਸਾਡੀ ਕੰਮ ਵਾਲੀ ਆਂਟੀ ਆਉਂਦੀ ਹੈ ਤਾਂ ਮੈਨੂੰ ਆਰਾਮ ਮਿਲਦਾ ਹੈ। ਮੈਂ ਭਾਬੀ ਨੂੰ ਕਿਹਾ ਕਿ ਭਾਬੀ ਹੁਣ ਤਾਂ ਛੁੱਟੀਆਂ ਸ਼ੁਰੂ ਹੀ ਹੋਈਆਂ ਹਨ ਅਤੇ ਮੈਨੂੰ ਘਰ ਵਿੱਚ ਬਹੁਤ ਬੋਰਿੰਗ ਫੀਲ ਹੋ ਰਿਹਾ ਹੈ। ਤਾਂ ਭਾਬੀ ਨੇ ਕਿਹਾ ਫੇਰ ਕੀ ਕਰੀਏ, ਕਿੱਥੇ ਚੱਲੀਏ ਘੁੰਮਣ? ਅਸੀਂ ਦੋਨੋਂ ਹੀ ਤਾਂ ਹਾਂ ਘਰ ਵਿੱਚ। ਮੈਂ ਕਿਹਾ ਕਿ ਹਾਂ ਚੱਲਾਂਗੇ ਭਰਾ ਦੇ ਆਉਣ ਤੋਂ ਬਾਅਦ। ਤਾਂ ਭਾਬੀ ਨੇ ਕਿਹਾ ਕਿ ਫੇਰ ਕੀ ਕਰਾਂਗੇ? ਮੈਂ ਕਿਹਾ ਕਿ ਅਸੀਂ ਘਰ ਵਿੱਚ ਹੀ ਗੇਮ ਖੇਡਦੇ ਹਾਂ। ਤਾਂ ਭਾਬੀ ਨੇ ਪੁੱਛਿਆ ਕਿ ਕਿਹੜੀ ਗੇਮ? ਮੈਂ ਉਹਨਾਂ ਨੂੰ ਕਿਹਾ ਟਰੂਥ ਅਤੇ ਡੇਅਰ। ਤਾਂ ਭਾਬੀ ਨੇ ਕਿਹਾ ਕਿ ਠੀਕ ਹੈ, ਮੈਨੂੰ ਘਰ ਦਾ ਕੰਮ ਖਤਮ ਕਰਨ ਦੇ, ਫੇਰ ਖੇਡਦੇ ਹਾਂ। ਮੈਂ ਕਿਹਾ ਕਿ ਠੀਕ ਹੈ ਭਾਬੀ ਜੀ, ਮੈਂ ਆਪਣੇ ਰੂਮ ਵਿੱਚ ਹਾਂ, ਜਦੋਂ ਤੁਹਾਡਾ ਕੰਮ ਖਤਮ ਹੋ ਜਾਵੇ ਤਾਂ ਤੁਸੀਂ ਆ ਜਾਇਓ। ਇਹ ਕਹਿੰਦੇ ਹੋਏ ਮੈਂ ਉਹਨਾਂ ਨੂੰ ਪਿੱਛੇ ਤੋਂ ਗੱਲ ਨਾਲ ਲਾ ਲਿਆ ਅਤੇ ਉਹਨਾਂ ਦੀ ਗੱਲ ਤੇ ਕਿਸ ਕੀਤਾ ਅਤੇ ਫਿਰ ਮੈਂ ਬੈਡਰੂਮ ਵਿੱਚ ਆ ਕੇ ਬੈਠ ਗਿਆ। ਮੈਂ ਬੈਡਰੂਮ ਵਿੱਚ ਜਾ ਕੇ ਸੋਚਣ ਲੱਗਿਆ ਕਿ ਭਾਬੀ ਤਿਆਰ ਤਾਂ ਹੋ ਗਈ ਹੈ, ਹੁਣ ਮੈਂ ਉਹਨਾਂ ਤੋਂ ਕਿਵੇਂ ਪੁੱਛਾਂ। ਥੋੜੇ ਸਮੇਂ ਬਾਅਦ ਭਾਬੀ ਬੈਡਰੂਮ ਵਿੱਚ ਆਈ ਅਤੇ ਮੇਰੇ ਸਾਹਮਣੇ ਬੈਠ ਗਈ ਅਤੇ ਕਹਿਣ ਲੱਗੀ ਕਿ ਹੁਣ ਦੱਸ ਕੀ ਖੇਡਣਾ ਹੈ? ਤਾਂ ਮੈਂ ਕਿਹਾ ਕਿ ਤੁਹਾਨੂੰ ਪਤਾ ਤਾਂ ਹੈ ਮੈਂ ਗੇਮ ਖੇਡਣੀ ਹੈ। ਮੈਂ ਭਾਬੀ ਤੋਂ ਪੁੱਛਿਆ ਕਿ ਤੁਹਾਨੂੰ ਟਰੁੱਥ ਚਾਹੀਦਾ ਹੈ ਜਾਂ ਡੇਅਰ? ਭਾਬੀ ਨੇ ਕਿਹਾ ਕਿ ਟਰੁੱਥ। ਫਿਰ ਮੈਂ ਭਾਬੀ ਤੋਂ ਸਵਾਲ ਪੁੱਛਿਆ ਕਿ ਤੁਹਾਡਾ ਵਿਆਹ ਤੋਂ ਪਹਿਲਾਂ ਕੋਈ ਬॉयਫ੍ਰੈਂਡ ਸੀ? ਤਾਂ ਭਾਬੀ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਸਵਾਲ ਹੈ ਮੋਹਨ,
ਮੈਂ ਕਿਹਾ ਕਿ ਇਹੀ ਸਵਾਲ ਹੈ, ਤੁਸੀਂ ਹੀ ਤਾਂ ਟਰੁੱਥ ਚੁਣਿਆ ਸੀ ਅਤੇ ਹੁਣ ਤੁਸੀਂ ਦੱਸੋ ਤਾਂ। ਭਾਬੀ ਨੇ ਕਿਹਾ ਕਿ ਹਾਂ, ਮੇਰਾ ਬॉयਫ੍ਰੈਂਡ ਸੀ ਅਤੇ ਉਹ ਸੀ ਤੇਰਾ ਭਰਾ। ਇਸ ਤੋਂ ਬਾਅਦ ਮੈਂ ਭਾਬੀ ਨੂੰ ਕਿਹਾ ਕਿ ਹੁਣ ਤੁਸੀਂ ਮੇਰੇ ਤੋਂ ਪੁੱਛੋ, ਮੇਰਾ ਵੀ ਟਰੁੱਥ ਹੀ ਹੈ। ਤਾਂ ਭਾਬੀ ਨੇ ਥੋੜਾ ਸੋਚਿਆ ਤੇ ਫਿਰ ਮੇਰੇ ਤੋਂ ਸਵਾਲ ਪੁੱਛਿਆ। ਭਾਬੀ ਨੇ ਕਿਹਾ ਕਿ ਤੇਰੀ ਕੋਈ ਗਰਲਫ੍ਰੈਂਡ ਹੈ? ਤਾਂ ਮੈਂ ਹਾਂ ਵਿੱਚ ਜਵਾਬ ਦਿੱਤਾ ਅਤੇ ਭਾਬੀ ਨੇ ਕਿਹਾ ਕਿ ਕਿੱਥੇ ਹੈ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਮੇਰੇ ਸਾਹਮਣੇ ਹੀ ਬੈਠੀ ਹੈ। ਮੇਰਾ ਜਵਾਬ ਸੁਣ ਕੇ ਭਾਬੀ ਗੁੱਸੇ ਨਾਲ ਬੋਲੀ ਕਿ ਮੋਹਨ, ਇਹ ਸਭ ਬੋਲਣਾ ਗਲਤ ਹੈ। ਮੈਂ ਤੇਰੀ ਭਾਬੀ ਹਾਂ। ਭਾਬੀ ਦਾ ਇਸ ਗੇਮ ਵਿੱਚ ਇੰਟਰਸਟ ਨਹੀਂ ਸੀ ਅਤੇ ਮੈਂ ਹਾਰ ਮੰਨਣ ਲਈ ਰਾਜੀ ਨਹੀਂ ਸੀ। ਤਾਂ ਮੈਂ ਭਾਬੀ ਨੂੰ ਕਿਹਾ ਕਿ ਭਾਬੀ, ਮਜ਼ਾਕ ਵਿੱਚ ਕਿਹਾ ਸੀ, ਤੁਸੀਂ ਗੁੱਸਾ ਕਿਉਂ ਕਰ ਰਹੇ ਹੋ? ਤਾਂ ਭਾਬੀ ਪਿਆਰੀ ਜਿਹੀ ਮੁਸਕਾਨ ਦੇ ਨਾਲ ਹੱਸ ਪਈ ਅਤੇ ਇਸ ਤੋਂ ਬਾਅਦ ਮੈਂ ਭਾਬੀ ਤੋਂ ਪੁੱਛਿਆ ਕਿ ਹੁਣ ਤੁਹਾਨੂੰ ਕੀ ਚਾਹੀਦਾ ਹੈ, ਟਰੁੱਥ ਜਾਂ ਡੇਅਰ? ਤਾਂ ਭਾਬੀ ਨੇ ਕਿਹਾ ਕਿ ਡੇਅਰ। ਤਾਂ ਮੈਂ ਭਾਬੀ ਤੋਂ ਪੁੱਛਿਆ ਕਿ ਤੁਸੀਂ ਵਿਆਹ ਤੋਂ ਪਹਿਲਾਂ ਕਿਸੇ ਨਾਲ ਸੰਬੰਧ ਰੱਖਿਆ ਹੈ? ਤਾਂ ਭਾਬੀ ਨੇ ਕਿਹਾ ਕਿ ਮੋਹਨ, ਇਹ ਬਹੁਤ ਜ਼ਿਆਦਾ ਹੋ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਤੈਨੂੰ ਮੇਰੇ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛਣੇ ਚਾਹੀਦੇ ਹਨ। ਹੁਣ ਸਾਨੂੰ ਇਹ ਗੇਮ ਇੱਥੇ ਹੀ ਰੋਕ ਦੇਣੀ ਚਾਹੀਦੀ ਹੈ। ਤਾਂ ਮੈਂ ਭਾਬੀ ਨੂੰ ਕਿਹਾ, ਭਾਬੀ ਤੁਸੀਂ ਮੇਰੇ ਬਹੁਤ ਚੰਗੇ ਦੋਸਤ ਹੋ ਅਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੇਰੇ ਤੋਂ ਕੁਝ ਛੁਪਾ ਸਕਦੇ ਹੋ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਅਤੇ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਦੱਸੋ। ਅਤੇ ਫਿਰ ਭਾਬੀ ਕਹਿਣ ਲੱਗੀ ਕਿ ਨਹੀਂ, ਤੂੰ ਮੇਰਾ ਦਿਓਰ ਹੈ ਅਤੇ ਇਹ ਗੱਲ ਸਹੀ ਨਹੀਂ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਭਾਬੀ, ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ, ਫਿਰ ਵੀ ਤੁਹਾਨੂੰ ਇਹ ਗੱਲਾਂ ਗਲਤ ਲੱਗ ਰਹੀਆਂ ਹਨ। ਤਾਂ ਮੈਂ ਭਾਬੀ ਨੂੰ ਕਿਹਾ ਕਿ ਇਹ ਤਾਂ ਉਹੀ ਗੱਲ ਹੈ ਜੋ ਸਾਨੂੰ ਸਾਇੰਸ ਵਿੱਚ ਸਿਖਾਈਆਂ ਜਾਂਦੀਆਂ ਹਨ। ਭਾਬੀ ਕਹਿਣ ਲੱਗੀ ਕਿ ਹਾਂ, ਤੈਨੂੰ ਹਰ ਚੀਜ਼ ਜਾਣਨ ਦਾ ਹੱਕ ਹੈ, ਪਰ ਧਿਆਨ ਰੱਖ, ਤੂੰ ਇਹ ਸਭ ਕਿਸ ਤੋਂ ਪੁੱਛ ਰਿਹਾ ਹੈ? ਯਾਨੀ ਕਿ ਆਪਣੀ ਭਾਬੀ ਤੋਂ ਇਹ ਸਭ ਪੁੱਛ ਰਿਹਾ ਹੈ ਤੂੰ। ਮੈਂ ਭਾਬੀ ਨੂੰ ਕਿਹਾ ਕਿ ਭਾਬੀ, ਤੁਸੀਂ ਤਾਂ ਜਾਣਦੇ ਹੀ ਹੋ ਨਾ ਕਿ ਮੇਰਾ ਤੁਹਾਡੇ ਤੋਂ ਬਿਨਾਂ ਕੋਈ ਵੀ ਦੋਸਤ ਨਹੀਂ ਹੈ ਅਤੇ ਨਾ ਹੀ ਕੋਈ ਗਰਲਫ੍ਰੈਂਡ, ਅਤੇ ਫਿਰ ਮੈਂ ਕਿਸ ਤੋਂ ਪੁੱਛਾਂ? ਤਾਂ ਭਾਬੀ ਨੇ ਕਿਹਾ ਕਿ ਹਾਂ, ਹੁਣ ਤੂੰ ਦੱਸ, ਤੈਨੂੰ ਕੀ ਚਾਹੀਦਾ ਹੈ, ਟਰੁੱਥ ਜਾਂ ਡੇਅਰ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਡੇਅਰ। ਇਸ ਤੋਂ ਬਾਅਦ ਭਾਬੀ ਨੇ ਸਵਾਲ ਕੀਤਾ ਕਿ ਤੂੰ ਕਦੇ ਕਿਸੇ ਨੂੰ ਕਿਸ ਕੀਤਾ ਹੈ? ਤਾਂ ਮੈਂ ਕਿਹਾ ਕਿ ਨਹੀਂ, ਜੇਕਰ ਕੋਈ ਲੜਕੀ ਤੁਹਾਡੇ ਜਿਹੀ ਮਿਲੀ ਤਾਂ ਜ਼ਰੂਰ ਕਰਾਂਗਾ। ਤਾਂ ਭਾਬੀ ਨੇ ਕਿਹਾ ਕਿ ਹੁਣੇ ਤਾਂ ਤੂੰ ਕਿਹਾ ਸੀ ਕਿ ਮੈਂ ਤੇਰੀ ਗਰਲਫ੍ਰੈਂਡ ਹਾਂ ਅਤੇ ਹੁਣ ਤੂੰ ਕਿਸੇ ਹੋਰ ਦੀ ਗੱਲ ਕਰ ਰਿਹਾ ਹੈ। ਤਾਂ ਮੈਂ ਭਾਬੀ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਸ ਕਰਾਂ? ਤਾਂ ਭਾਬੀ ਨੇ ਕਿਹਾ ਕਿ ਹਾਂ, ਪਰ ਗੱਲ ਤੇ। ਅਚਾਨਕ ਤੋਂ ਭਾਬੀ ਮੇਰੇ ਤੇ ਗੁੱਸੇ ਹੋ ਗਈ। ਮੈਂ ਭਾਬੀ ਨੂੰ ਸ਼ਾਂਤ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਭਾਬੀ ਇੱਕ ਵਾਰ ਰੁੱਸ ਗਈ ਤਾਂ ਮੈਂ ਵਾਪਸ ਤੋਂ ਉਹਨਾਂ ਨਾਲ ਗੱਲ ਨਹੀਂ ਕਰ ਸਕਾਂਗਾ। ਫਿਰ ਮੈਂ ਭਾਬੀ ਨੂੰ ਆਪਣੇ ਕੋਲ ਕੀਤਾ। ਕੁਝ ਸਮੇਂ ਤੱਕ ਅਸੀਂ ਇੱਕ ਦੂਜੇ ਵੱਲ ਦੇਖਦੇ ਰਹੇ ਅਤੇ ਫਿਰ ਹੌਲੀ ਹੌਲੀ ਮੇਰੀਆਂ ਉਂਗਲਾਂ ਭਾਬੀ ਦੀ ਕਮਰ ਤੱਕ ਜਾਣ ਲੱਗੀਆਂ। ਭਾਬੀ ਦੀਆਂ ਅੱਖਾਂ ਵਿੱਚ ਨਾਰਾਜ਼ਗੀ ਅਤੇ ਚਿੰਤਾ ਸਾਫ਼ ਝਲਕ ਰਹੀ ਸੀ। ਉਹਨਾਂ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ ਕਿ ਮੋਹਨ, ਇਹ ਸਭ ਮਜ਼ਾਕ ਤੱਕ ਠੀਕ ਹੈ, ਪਰ ਦਿਓਰ ਅਤੇ ਭਾਬੀ ਦੇ ਰਿਸ਼ਤੇ ਦੀ ਇੱਕ ਹੱਦ ਹੁੰਦੀ ਹੈ। ਸਾਨੂੰ ਆਪਣੇ ਰਿਸ਼ਤੇ ਦੀ ਹੱਦ ਪਾਰ ਕਰਨੀ ਨਹੀਂ ਚਾਹੀਦੀ। ਮੈਂ ਭਾਬੀ ਦੀ ਗੱਲ ਨੂੰ ਗੰਭੀਰਤਾ ਨਾਲ ਲੈਤਾ ਅਤੇ ਮੈਨੂੰ ਵੀ ਅਹਿਸਾਸ ਹੋਇਆ ਕਿ ਭਾਬੀ ਦਾ ਦਿਲ ਦੁਖਾਉਣਾ ਗਲਤ ਸੀ। ਮੈਂ ਉਸੇ ਸਮੇਂ ਭਾਬੀ ਤੋਂ ਮਾਫੀ ਮੰਗੀ ਅਤੇ ਉਹਨਾਂ ਨਾਲ ਵਾਅਦਾ ਕੀਤਾ ਕਿ ਹੁਣ ਤੋਂ ਮੈਂ ਕਦੇ ਵੀ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰਾਂਗਾ ਜਿਸ ਤੋਂ ਸਾਡੇ ਰਿਸ਼ਤੇ ਵਿੱਚ ਕੋਈ ਦੂਰੀ ਆਵੇ। ਭਾਬੀ ਨੇ ਮੈਨੂੰ ਮਾਫ ਕਰਦੇ ਹੋਏ ਮੈਨੂੰ ਗੱਲ ਨਾਲ ਲਾ ਲਿਆ ਅਤੇ ਕਿਹਾ ਕਿ ਮੋਹਨ, ਮੈਂ ਹਮੇਸ਼ਾ ਤੇਰੀ ਦੋਸਤ ਰਹਾਂਗੀ। ਤਾਂ ਮੈਂ ਭਾਬੀ ਨੂੰ ਕਿਹਾ ਕਿ ਹਾਂ ਭਾਬੀ ਜੀ, ਮੈਂ ਤੁਹਾਨੂੰ ਕਦੇ ਵੀ ਦੁਖੀ ਨਹੀਂ ਕਰਾਂਗਾ। ਹੁਣ ਭਾਬੀ ਨੇ ਮੈਨੂੰ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਅਤੇ ਕਿਹਾ ਕਿ ਮੋਹਨ, ਰਿਸ਼ਤਿਆਂ ਵਿੱਚ ਸਨਮਾਨ ਅਤੇ ਮਰਿਆਦਾ ਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਭਾਬੀ ਨੇ ਮੈਨੂੰ ਇਹ ਸਮਝਾਇਆ ਕਿ ਮਜ਼ਾਕ ਦੀ ਵੀ ਇੱਕ ਹੱਦ ਹੁੰਦੀ ਹੈ ਅਤੇ ਰਿਸ਼ਤਿਆਂ ਵਿੱਚ ਆਪਸੀ ਸਮਝ ਅਤੇ ਸਨਮਾਨ ਹੋਣਾ ਚਾਹੀਦਾ ਹੈ। ਅਤੇ ਅੰਤ ਵਿੱਚ ਅਸੀਂ ਇੱਕ ਦੂਜੇ ਨਾਲ ਖੇਡਦੇ ਹੋਏ ਆਪਣੇ ਖੇਡ ਦਾ ਅੰਤ ਕੀਤਾ ਅਤੇ ਵਾਅਦਾ ਕੀਤਾ ਕਿ ਸਾਡੇ ਵਿੱਚ ਦੋਸਤੀ ਅਤੇ ਪਿਆਰ ਹਮੇਸ਼ਾ ਬਣਿਆ ਰਹੇਗਾ, ਪਰ ਰਿਸ਼ਤਿਆਂ ਦੀ ਮਰਿਆਦਾ ਨੂੰ ਕਦੇ ਨਹੀਂ ਭੁੱਲਾਂਗੇ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਤੁਹਾਡੇ ਆਪਣੇ ਚੈਨਲ ਅਲਫਾਜ਼ PV ਨੂੰ ਸਬਸਕ੍ਰਾਈਬ ਕਰੋ। ਧੰਨਵਾਦ।